ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਤਾਂ ਫਰੈਂਡਸ, ਅੱਜ ਅਸੀਂ ਕਰਨ ਵਾਲੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਮਾਤ 10ਵੀਂ ਸਬਜੈਕਟ ਸਾਇੰਸ ਵਿਗਿਆਨ ਟਰਮ 2 ਦਾ ਮੋਡਲ ਟੈਸਟ ਪੇਪਰ। ਤਾਂ ਚਲੋ ਅਸੀਂ ਆਪਣੀ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤਾਂ ਟਾਈਮ ਹੈ 2 ਘੰਟੇ, ਮੈਕਸੀਮਮ ਮਾਰਕਸ ਹੈ 40। ਭਾਗ 1। ਤਾਂ ਪਹਿਲਾ ਪ੍ਰਸ਼ਨ ਹੈ, ਰੋਜ਼ਾਨਾ ਜੀਵਨ ਵਿੱਚ pH ਦਾ ਕੀ ਮਹੱਤਵ ਹੈ? ਉੱਤਰ, ਰੋਜ਼ਾਨਾ ਜੀਵਨ ਵਿੱਚ pH ਦਾ ਮਹੱਤਵ ਰਸਾਇਣਿਕ ਕਿਰਿਆਵਾਂ ਨੂੰ ਪੂਰਾ ਕਰਨ ਵਿੱਚ pH H+ ਆਇਨਾਂ ਦੀ ਸੰਘਣਤਾ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ। ਨੰਬਰ 1, ਭੋਜਨ ਪਚਾਉਣ ਵਿੱਚ। ਨੰਬਰ 2, ਮਿੱਟੀ ਦੇ ਉਪਜਾਊਪਣ ਵਿੱਚ। ਸਾਡੇ ਪੇਟ ਵਿੱਚ HCl ਦਾ ਰਿਸਾਵ ਹੁੰਦਾ ਰਹਿੰਦਾ ਹੈ, ਜਿਹੜਾ pH ਦਾ 6.3 ਤੋਂ 7.3 ਦੇ ਵਿਚਕਾਰ ਪਰਿਵਰਤਨ ਕਰਦਾ ਹੈ। ਇਹ pH ਦਾ ਰੇਂਜ ਪੇਪਾਸਿਨ ਐਂਜ਼ਾਈਮ ਦੀ ਕਿਰਿਆਸ਼ੀਲਤਾ ਲਈ ਜ਼ਿੰਮੇਵਾਰ ਹੈ, ਜੋ ਭੋਜਨ ਦੇ ਪਾਚਨ ਵਿੱਚ ਸਹਾਇਤਾ ਕਰਦਾ ਹੈ। ਮਿੱਟੀ ਦੇ ਉਪਜਾਊਪਣ ਵਿੱਚ। ਪੌਦਿਆਂ ਦੇ ਚੰਗੇ ਵਾਧੇ ਲਈ ਮਿੱਟੀ ਦਾ ਆਦਰਸ਼ pH ਰੇਂਜ 6.3 ਤੋਂ 7.3 ਦੇ ਵਿਚਕਾਰ ਹੈ। ਜੇਕਰ ਮਿੱਟੀ ਦੀ pH ਤੇਜ਼ਾਬੀ 7 ਹੈ ਤਾਂ ਮਿੱਟੀ ਵਿੱਚ ਚੂਨਾ ਮਿਲਾਇਆ ਜਾਂਦਾ ਹੈ, ਅਤੇ ਜੇਕਰ ਮਿੱਟੀ ਖਾਰੀ ਹੈ ਤਾਂ ਉਸਦੇ ਖਾਰੇਪਨ ਨੂੰ ਸਮਾਪਤ ਕਰਕੇ ਉਦਾਸੀਨ ਬਣਾਉਣ ਲਈ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਮਿੱਟੀ ਵੱਧ ਤੇਜ਼ਾਬੀ ਜਾਂ ਖਾਰੀ ਹੋ ਜਾਵੇਗੀ ਤਾਂ ਉਪਜ 'ਤੇ ਮਾੜਾ ਅਸਰ ਪੈਂਦਾ ਹੈ। ਨੰਬਰ 3, ਦੰਦਾਂ ਦੇ ਖੈੜ ਨੂੰ ਬਚਾਉਣ ਲਈ ਮੂੰਹ ਵਿੱਚ ਮੌਜੂਦ ਬੈਕਟੀਰੀਆ, ਜੀਵਾਣੂ, ਅਪਸ਼ਿਸ਼ਟ, ਸ਼ੱਕਰ ਅਤੇ ਖਾਦ ਪਦਾਰਥਾਂ ਦੇ ਅਪਘਟਨ ਤੋਂ ਤੇਜ਼ਾਬ ਬਣਦਾ ਹੈ, ਜਿਸ ਤੋਂ ਉਪਸਥਿਤ ਤੇਜ਼ਾਬ ਦੀ ਮਾਤਰਾ pH ਮਾਤਰਾ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਦੇ ਪਰਿਣਾਮ ਸਰੂਪ ਦੰਦਾਂ ਦਾ ਖੈੜ ਹੁੰਦਾ ਹੈ। ਇਸ ਤੋਂ ਬਚਾਉਣ ਲਈ ਖਾਰੀ ਟੂਥਪੇਸਟ ਦਾ ਪ੍ਰਯੋਗ ਕਰਕੇ pH ਸਥਿਰ ਰੱਖਿਆ ਜਾਂਦਾ ਹੈ। ਇਸ ਤੋਂ ਦੰਦਾਂ ਨੂੰ ਖੈੜ ਤੋਂ ਰੋਕਿਆ ਜਾ ਸਕਦਾ ਹੈ। ਖੂਨ ਦਾ pH। ਮਨੁੱਖੀ ਖੂਨ ਦਾ pH ਰੇਂਜ 7.0 ਤੋਂ 7.8 ਦੇ ਵਿਚਕਾਰ ਹੈ, ਜਿਹੜਾ ਤੇਜ਼ਾਬੀ ਹੈ ਅਤੇ ਜਿਉਂਦੇ ਰਹਿਣ ਲਈ ਆਧਾਰ ਹੈ। ਜੇਕਰ ਖੂਨ ਦੀ pH ਦਾ ਰੇਂਜ ਇਸ ਤੋਂ ਵੱਧ ਜਾਂਦਾ ਹੈ ਤਾਂ ਜੀਵਨ ਅਸੰਭਵ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਤੇਜ਼ਾਬ ਅਤੇ ਖਾਰ ਦੀ ਆਪਸੀ ਕਿਰਿਆ ਦਾ ਕੀ ਨਾਮ ਹੈ? ਇੱਕ ਉਦਾਹਰਨ ਦਿਓ। ਤੇਜ਼ਾਬ ਅਤੇ ਖਾਰ ਦੀ ਆਪਸੀ ਕਿਰਿਆ ਨੂੰ ਉਦਾਸੀਨਕਰਨ ਕਿਰਿਆ ਆਖਦੇ ਹਨ, ਜਿਸ ਵਿੱਚ ਲੂਣ ਅਤੇ ਪਾਣੀ ਬਣਦਾ ਹੈ। ਤਾਂ ਇਸਦਾ ਫਾਰਮੂਲਾ ਨੀਚੇ ਲਿਖਿਆ ਹੋਇਆ ਹੈ। HCl + NaOH NaCl + H2O ਤੇਜ਼ਾਬ, ਖਾਰ, ਲੂਣ, ਪਾਣੀ। ਹਾਈਡਰੋਕਲੋਰਿਕ ਐਸਿਡ + ਸੋਡੀਅਮ ਹਾਈਡਰੋਕਸਾਈਡ। ਸੋਡੀਅਮ ਕਲੋਰਾਈਡ + ਪਾਣੀ। ਤਾਂ ਅੱਗੇ ਹੈ, ਇਥੇਨੋਲ ਦਾ ਸਧਾਰਨ ਨਾਂ ਕੀ ਹੈ? ਇਸ ਦਾ ਰਸਾਇਣਿਕ ਸੂਤਰ ਵੀ ਲਿਖੋ। ਇਥੇਨੋਲ ਦਾ ਸਧਾਰਨ ਨਾਂ ਹੈ ਇਥਾਈਲ ਐਲਕੋਹਲ, ਜਿਸ ਨੂੰ ਪੀਨਲ ਐਲਕੋਹਲ ਕਹਿੰਦੇ ਹਨ, ਜਿਸ ਨੂੰ ਪੀਣ ਵਾਲਾ ਐਲਕੋਹਲ ਕਿਹਾ ਜਾਂਦਾ ਹੈ। ਇਥੇਨੋਲ ਦਾ ਰਸਾਇਣਿਕ ਸੂਤਰ C2H5OH। ਤਾਂ ਅੱਗੇ, ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੋਈ 2 ਢੰਗ ਦੱਸੋ। ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੀ ਵਿਧੀਆਂ: ਪੇਂਟ ਕਰਨਾ, ਤੇਲ ਜਾਂ ਗਰੀਸ ਦੀ ਪਰਤ ਚੜ੍ਹਾ ਕੇ। ਲੋਹੇ ਦੀ ਸਤਹ ਨੂੰ ਐਕ੍ਰਾਈਲਿਕ ਪੇਂਟ ਕਰਕੇ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਪਾਣੀ ਵਿੱਚ ਘੁਲਣਸ਼ੀਲ ਪੇਂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਲੋਹੇ ਦੀ ਸਤਹ ਉੱਪਰ ਤੇਲ ਜਾਂ ਗਰੀਸ ਦੀ ਪਰਤ ਜਮ੍ਹਾਂ ਕਰਕੇ ਕਾਫੀ ਹੱਦ ਤੱਕ ਲੋਹੇ ਉੱਤੇ ਜੰਗ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਤੇਲ ਜਾਂ ਗਰੀਸ ਇੱਕ ਬਚਾਊ ਪਰਤ ਬਣਾ ਲੈਂਦੀ ਹੈ, ਜੋ ਲੋਹੇ ਨੂੰ ਆਕਸੀਜਨ ਅਤੇ ਪਾਣੀ ਦੇ ਸੰਪਰਕ ਵਿੱਚ ਆਉਣ ਨਹੀਂ ਦਿੰਦੀ ਹੈ। ਦੋ ਨਿਊਰਾਨਾਂ ਵਿਚਕਾਰ ਸਾਈਨੈਪਸ ਤੇ ਕੀ ਹੁੰਦਾ ਹੈ? ਤਾਂ ਉੱਤਰ ਆ ਜਾਊਗਾ, ਪ੍ਰਾਣੀਆਂ ਦੇ ਸਰੀਰ ਵਿੱਚ 2 ਨਿਊਰਾਨ ਇੱਕ ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ। ਸੂਚਨਾ ਇੱਕ ਨਿਊਰਾਨ ਦੇ ਡੈਂਡਰਾਈਟ ਸਿਰੇ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇੱਕ ਰਸਾਇਣਿਕ ਕਿਰਿਆ ਦੁਆਰਾ ਇੱਕ ਬਿਜਲੀ ਆਵੇਗ ਪੈਦਾ ਕਰਦੀ ਹੈ। ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤੱਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿੱਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ 'ਤੇ ਪੁੱਜ ਜਾਂਦਾ ਹੈ। ਸੈੱਲ ਬਾਡੀ ਦੇ ਅੰਤ ਵਿੱਚ ਬਿਜਲੀ ਆਵੇਗ ਦੁਆਰਾ ਕੁਝ ਰਸਾਇਣਾਂ ਨੂੰ ਪੈਦਾ ਕਰਵਾਇਆ ਜਾਂਦਾ ਹੈ, ਜੋ ਖਾਲੀ ਥਾਵਾਂ ਨੂੰ ਪਾਰ ਕਰਕੇ ਆਪਣੇ ਤੋਂ ਅਗਲੀ ਨਾੜੀ ਸੈੱਲ ਜਾਂ ਨਿਊਰਾਨ ਦੀ ਡੈਂਡਰਾਈਟ ਵਿੱਚ ਇਸ ਪ੍ਰਕਾਰ ਬਿਜਲੀ ਆਵੇਸ਼ ਨੂੰ ਸ਼ੁਰੂ ਕਰਵਾਉਂਦੇ ਹਨ। ਇਹ ਸਰੀਰ ਵਿੱਚ ਨਾੜੀ ਆਵੇਗ ਦੀ ਯਾਤਰਾ ਦਾ ਸਧਾਰਨ ਪ੍ਰਬੰਧ ਹੈ। ਸਿਨੈਪਸ ਨਾੜੀ ਆਵੇਗ ਨੂੰ ਇੱਕ ਦਿਸ਼ਾ ਵਿੱਚ ਜਾਣ ਲਈ ਯਕੀਨੀ ਬਣਾਉਂਦਾ ਹੈ।
ਭਾਗ 2। ਇਸ ਭਾਗ ਵਿੱਚ ਕੁੱਲ 6 ਪ੍ਰਸ਼ਨ ਹਨ। ਹਰੇਕ ਪ੍ਰਸ਼ਨ 3 ਅੰਕਾਂ ਦਾ ਹੈ। ਪਾਣੀ ਦੀ ਅਨੁਪਸਥਿਤੀ ਵਿੱਚ ਤੇਜ਼ਾਬ ਅਤੇ ਤੇਜ਼ਾਬੀ ਗੁਣ ਕਿਉਂ ਨਹੀਂ ਦਰਸਾਉਂਦੇ ਹਨ? ਪਾਣੀ ਦੀ ਅਣਹੋਂਦ ਵਿੱਚ ਤੇਜ਼ਾਬ ਆਪਣਾ ਤੇਜ਼ਾਬੀ ਗੁਣ ਨਹੀਂ ਦਰਸਾਉਂਦੇ ਕਿਉਂਕਿ ਤੇਜ਼ਾਬ ਅਵਘਟਿਤ ਨਹੀਂ ਹੁੰਦੇ ਹਨ, ਜਿਸ ਕਰਕੇ H+ ਆਇਨ ਨਹੀਂ ਬਣਾਉਂਦੇ ਹਨ। ਉਦਾਹਰਨ ਵਜੋਂ ਹਾਈਡਰੋਕਲੋਰਿਕ ਐਸਿਡ ਪਾਣੀ ਵਿੱਚ ਛੇਤੀ ਹੀ ਅਵਘਟਿਤ ਹੋ ਕੇ H+ ਆਇਨ ਬਣਾਉਂਦਾ ਹੈ ਅਤੇ ਇਹ ਫਿਰ ਹਾਈਡਰੋਨੀਅਮ ਆਇਨ H3O+ ਅਤੇ C1- ਆਇਨ ਬਣਾਉਂਦਾ ਹੈ। ਤਾਂ ਇਸ ਤੋਂ ਬਾਅਦ ਅੱਗੇ ਇਸਦਾ ਫਾਰਮੂਲਾ ਲਿਖਿਆ ਹੋਇਆ ਹੈ। ਹਾਈਡਰੋਜਨਕਰਨ ਤੋਂ ਕੀ ਭਾਵ ਹੈ? ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ? ਹਾਈਡਰੋਜਨਕਰਨ ਅਸੰਤ੍ਰਿਪਤ ਹਾਈਡਰੋਕਾਰਬਨ ਵਾਨਸਪਤੀ ਤੇਲ ਦਾ ਉਤਪ੍ਰੇਰਕ ਨਿਕਲ ਜਾਂ ਪਲਾਟੀਨਮ ਦੀ ਉਪਸਥਿਤੀ ਵਿੱਚ ਹਾਈਡਰੋਜਨ ਨਾਲ ਸੰਯੋਗ ਕਰਕੇ ਸੰਤ੍ਰਿਪਤ ਹਾਈਡਰੋਕਾਰਬਨ ਵਨਸਪਤੀ ਘਿਓ ਵਿੱਚ ਤਬਦੀਲ ਹੋਣ ਦੀ ਕਿਰਿਆ ਨੂੰ ਹਾਈਡਰੋਜਨੀਕਰਨ ਕਹਿੰਦੇ ਹਨ। ਹਾਈਡਰੋਜਨੀਕਰਨ ਦਾ ਉਦਯੋਗਿਕ ਉਪਯੋਗ। ਹਾਈਡਰੋਜਨੀਕਰਨ ਦੀ ਇਸ ਕਿਰਿਆ ਦਾ ਉਦਯੋਗ ਵਿੱਚ ਉਪਯੋਗ ਵਨਸਪਤੀ ਤੇਲਾਂ ਤਰਲ ਨੂੰ ਵਨਸਪਤੀ ਘਿਓ ਬਣਾਉਣ ਲਈ ਕੀਤਾ ਜਾਂਦਾ ਹੈ। ਤਾਂ ਅਗਲਾ ਪ੍ਰਸ਼ਨ ਹੈ, ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਹੱਤਤਾ ਹੈ? ਲਾਰ ਵਿੱਚ ਉਪਸਥਿਤ ਐਂਜ਼ਾਈਮ ਦਾ ਕੀ ਨਾਮ ਹੈ? ਲਾਰ ਦੀ ਮਹੱਤਤਾ। ਭੋਜਨ ਦੇ ਪਾਚਨ ਵਿੱਚ ਲਾਰ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਲਾਰ ਇੱਕ ਰਸ ਹੈ ਜੋ 3 ਜੋੜੀ ਲਾਰ ਗ੍ਰੰਥੀਆਂ ਤੋਂ ਮੂੰਹ ਵਿੱਚ ਪੈਦਾ ਹੁੰਦਾ ਹੈ। ਲਾਰ ਵਿੱਚ ਅਮਾਈਲੋਜ਼ ਨਾਮ ਦੀ ਐਂਜ਼ਾਈਮ ਹੁੰਦਾ ਹੈ ਜੋ ਸਟਾਰਚ ਦੇ ਗੁੰਝਲਦਾਰ ਅਣੂ ਨੂੰ ਲਾਰ ਦੇ ਨਾਲ ਪੂਰੀ ਤਰ੍ਹਾਂ ਮਿਲਾ ਦਿੰਦਾ ਹੈ। ਲਾਰ ਦੇ ਮੁੱਖ ਕਾਰਜ ਹਨ। ਇਹ ਮੂੰਹ ਦੇ ਖੋਲ ਨੂੰ ਸਾਫ਼ ਰੱਖਦੀ ਹੈ। ਇਹ ਮੂੰਹ ਦੇ ਖੋਲ ਵਿੱਚ ਚਿਕਨਾਈ ਪੈਦਾ ਕਰਦੀ ਹੈ, ਜਿਸ ਨਾਲ ਚਬਾਉਂਦੇ ਸਮੇਂ ਰਗੜ ਘੱਟ ਹੁੰਦੀ ਹੈ। ਇਹ ਭੋਜਨ ਚੀਕਣਾ ਅਤੇ ਮੁਲਾਇਮ ਬਣਾਉਂਦੀ ਹੈ। ਇਹ ਭੋਜਨ ਨੂੰ ਪਚਾਉਣ ਵਿੱਚ ਵੀ ਮਦਦ ਕਰਦੀ ਹੈ। ਲਾਰ ਵਿੱਚ ਉਪਸਥਿਤ ਐਂਜ਼ਾਈਮ। ਲਾਰ ਵਿੱਚ ਟਾਈਲਿਨ ਨਾਂ ਦਾ ਐਂਜ਼ਾਈਮ ਹੁੰਦਾ ਹੈ। ਇਹ ਸਟਾਰਚ, ਗਲਾਈਕੋਜਨ ਅਤੇ ਹੋਰ ਕਾਰਬੋਹਾਈਡਰੇਟਸ ਨਾਲ ਕਿਰਿਆ ਕਰਕੇ ਮਾਲਟੋਜ਼ ਬਣਾਉਂਦਾ ਹੈ। ਤਾਂ ਅੱਗੇ ਗੁਰੁਤਾ ਅਨੁਵਰਤਨ ਕੀ ਹੁੰਦਾ ਹੈ? ਪੌਦੇ ਦੇ ਭਾਗ ਦਾ ਨਾਂ ਦੱਸੋ ਜਿਸ ਵਿੱਚ ਧਨਾਤਮਕ ਅਤੇ ਰਿਣਾਤਮਕ ਗੁਰੁਤਾ ਅਨੁਵਰਤਨ ਹੁੰਦਾ ਹੈ। ਗੁਰੁਤਾ ਅਨੁਵਰਤਨ ਇਹ ਵਾਧੇ ਤੋਂ ਉਪਜੀ ਇੱਕ ਪ੍ਰਕਾਰ ਦੀ ਦਿਸ਼ਾਈ ਗਤੀ ਹੈ ਜਿਹੜੀ ਗੁਰੁਤਾਕਰਸ਼ਣ ਦੀ ਉਤੇਜਨਾ ਦੇ ਉੱਤਰ ਵਿੱਚ ਹੁੰਦੀ ਹੈ। ਨੰਬਰ 1, ਪੌਦਿਆਂ ਵਿੱਚ ਜੜ੍ਹਾਂ ਹਮੇਸ਼ਾ ਹੇਠਾਂ ਵੱਲ ਗੁਰੁਤਾ ਦੀ ਦਿਸ਼ਾ ਵੱਲ ਉੱਗਦੀਆਂ ਹਨ ਅਤੇ ਇਸ ਲਈ ਧਨ ਗੁਰੁਤਾ ਅਨੁਵਰਤਨ ਦਰਸਾਉਂਦੀਆਂ ਹਨ। ਟਾਹਣੀਆਂ ਗੁਰੁਤਾ ਦੀ ਵਿਪਰੀਤ ਦਿਸ਼ਾ ਵਿੱਚ ਗਤੀ ਕਰਦੀਆਂ ਹਨ, ਇਸ ਲਈ ਰਿਣ ਗੁਰੁਤਾ ਅਨੁਵਰਤਨ ਦਰਸਾਉਂਦੀਆਂ ਹਨ। ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ ਪਰਿਵਰਤਨ ਦਿਖਾਈ ਦਿੰਦੇ ਹਨ? ਪਿਊਬਰਟੀ ਸਮੇਂ ਲੜਕੀਆਂ ਵਿੱਚ ਵਿਖਾਈ ਦੇਣ ਵਾਲੇ ਪਰਿਵਰਤਨ ਸਰੀਰ ਵਿੱਚ ਕੁਝ ਨਵੇਂ ਭਾਗਾਂ ਜਿਵੇਂ ਬਾਹਾਂ ਦੇ ਅੰਦਰਲੇ ਜੋੜ, ਜਨਨ ਅੰਗਾਂ ਦੇ ਖੇਤਰ ਵਿੱਚ ਵਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ। ਹੱਥਾਂ ਪੈਰਾਂ ਦੇ ਮਹੀਨ ਸੁਰਾਖ ਜਾਂ ਰੋਮ ਆ ਜਾਂਦੇ ਹਨ। ਚਮੜੀ ਤੇਲ ਯੁਕਤ ਹੋ ਜਾਂਦੀ ਹੈ ਅਤੇ ਕਦੇ-ਕਦੇ ਮੂੰਹ ਤੇ ਕਿੱਲ ਨਿਕਲਣ ਲੱਗਦੇ ਹਨ। ਛਾਤੀਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ। ਛਾਤੀਆਂ ਦੇ ਅੰਤਰਲੇ ਸਿਰੇ ਤੇ ਨਿੱਪਲ ਅਤੇ ਉਸਦੇ ਆਸ-ਪਾਸ ਦੀ ਚਮੜੀ ਦਾ ਰੰਗ ਗੂੜਾ ਹੋਣ ਲੱਗਦਾ ਹੈ। ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅੰਡਕੋਸ਼ ਵਿੱਚ ਆਂਡੇ ਤਿਆਰ ਹੋਣ ਲੱਗ ਪੈਂਦੇ ਹਨ। ਆਵਾਜ਼ ਸੁਰੀਲੀ ਹੋ ਜਾਂਦੀ ਹੈ। ਉਲਟ ਲਿੰਗ ਪ੍ਰਤੀ ਖਿੱਚ ਹੋਣ ਲੱਗਦੀ ਹੈ। ਤਾਂ ਉਸ ਤੋਂ ਬਾਅਦ ਹੈ, ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ? ਮਨੁੱਖ ਵਿੱਚ ਬੱਚੇ ਦਾ ਨਿਰਧਾਰਨ ਵਿਸ਼ੇਸ਼ ਗੁਣ ਸੂਤਰਾਂ ਦੇ ਆਧਾਰ 'ਤੇ ਹੁੰਦਾ ਹੈ। ਨਰ ਵਿੱਚ XY ਗੁਣ ਸੂਤਰ ਹੁੰਦੇ ਅਤੇ ਮਾਦਾ ਵਿੱਚ XX ਗੁਣ ਸੂਤਰ ਮੌਜੂਦ ਹੁੰਦੇ ਹਨ। ਇਸ ਤੋਂ ਸਪਸ਼ਟ ਹੈ ਕਿ ਮਾਦਾ ਦੇ ਕੋਲ Y ਗੁਣ ਸੂਤਰ ਹੁੰਦਾ ਹੀ ਨਹੀਂ। ਜਦੋਂ ਨਰ ਮਾਦਾ ਦੇ ਸਹਿਯੋਗ ਦੇ ਨਾਲ ਸੰਤਾਨ ਪੈਦਾ ਹੁੰਦੀ ਹੈ ਤਾਂ ਮਾਦਾ ਕਿਸੇ ਵੀ ਤਰ੍ਹਾਂ ਨਾਲ ਨਰ ਬੱਚੇ ਨੂੰ ਪੈਦਾ ਕਰਨ ਲਈ ਸਮਰੱਥ ਹੋ ਹੀ ਨਹੀਂ ਸਕਦੀ ਕਿਉਂਕਿ ਨਰ ਬੱਚੇ ਵਿੱਚ XY ਗੁਣ ਸੂਤਰ ਹੋਣੇ ਚਾਹੀਦੇ ਹਨ। ਭਾਗ 3, ਖੂਨ ਵਿੱਚ ਮੌਜੂਦ ਪਲੇਟਲੈਟਸ ਦਾ ਕੀ ਮਹੱਤਵ ਹੈ? ਛੋਟੀ ਆਂਦਰ ਦੇ ਅਸਤਰ ਅਤੇ ਉਂਗਲੀਆਂ ਦੇ ਸਮਾਨ ਬਣੇ ਉਭਾਰ ਕੀ ਕਹਾਉਂਦੇ ਹਨ? ਛੋਟੀ ਆਂਦਰ ਦੇ ਅਸਤਰ ਦੀ ਦੀਵਾਰ ਤੇ ਅੰਦਰਲੇ ਪਾਸੇ ਬਣੀਆਂ ਉਂਗਲੀਆਂ ਸਮਾਨ ਉਭਾਰਾਂ ਨੂੰ ਵੀਲੀ ਆਖਦੇ ਹਨ। ਇਸ ਦਾ ਕਾਰਜ ਸਤਹ ਦਾ ਖੇਤਰਫਲ ਵਧਾਉਣਾ ਹੈ ਜੋ ਪਚੇ ਹੋਏ ਭੋਜਨ ਵਿੱਚ ਪੋਸ਼ਕਾਂ ਨੂੰ ਸੋਖਣ ਵਿੱਚ ਸਹਾਇਤਾ ਕਰਦਾ ਹੈ। ਖੂਨ ਵਿੱਚ ਮੌਜੂਦ ਪਲੇਟਲੈਟਸ ਦੀ ਮਹੱਤਤਾ। ਪਲੇਟਲੈਟਸ ਖੂਨ ਦੀਆਂ ਨਿੱਕੀਆਂ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਤੁਹਾਡੇ ਸਰੀਰ ਦੀ ਥੱਕਾ ਵੰਡਣ ਵਿੱਚ ਮਦਦ ਕਰਦੀਆਂ ਹਨ ਤਾਂ ਜੋ ਖੂਨ ਦਾ ਵਗਣਾ ਰੁਕ ਜਾਵੇ। ਜੇਕਰ ਕਿਸੇ ਖੂਨ ਦੀ ਨਾੜੀ ਨੂੰ ਹਾਨੀ ਪਹੁੰਚਦੀ ਹੈ ਤਾਂ ਇਹ ਪਲੇਟਲੈਟਸ ਨੂੰ ਸੰਦੇਸ਼ ਭੇਜਦੀਆਂ ਹਨ। ਪਲੇਟਲੈਟਸ ਉਸ ਵੇਲੇ ਹਾਨੀ ਵਾਲੇ ਸਥਾਨ 'ਤੇ ਪੁੱਜ ਕੇ ਥੱਕਾ ਬਣਾਉਂਦੇ ਹਨ ਜਿਸ ਤੋਂ ਖੂਨ ਦੇ ਵਹਾਅ ਨੂੰ ਰੋਕ ਕੇ ਉਸ ਤੋਂ ਹੋਣ ਵਾਲੀ ਹਾਨੀ ਤੋਂ ਬਚਾਉਂਦੇ ਹਨ।
स्वैपोषी पोषण ਅਤੇ परपोषी पोषण 'ਚ ਅੰਤਰ ਦੱਸੋ। ਕੀ ਅੰਤਰ ਹੈ? ਆਕਸੀ ਸਵਾਸ ਕਿਰਿਆ ਅਤੇ ਅਨਾਕਸੀ ਸਵਾਸ ਕਿਰਿਆ ਵਿਚਕਾਰ ਕੀ ਅੰਤਰ ਹੈ? स्वैपोषी पोषण ਅਤੇ परपोषी पोषण ਵਿੱਚ ਅੰਤਰ। ਉਹ ਜੀਵ ਜੋ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਸਰਲ ਅਕਾਰਬਨਿਕ ਤੋਂ ਗੁੰਝਲਦਾਰ ਕਾਰਬਨਿਕ ਪਦਾਰਥਾਂ ਦਾ ਨਿਰਮਾਣ ਕਰਕੇ ਆਪਣਾ ਪੋਸ਼ਣ ਕਰਦੇ ਹਨ, ਸਵੈਪੋਸ਼ੀ ਜੀਵ ਖਵਾਉਂਦੇ ਹਨ। ਉਦਾਹਰਨ ਤੌਰ 'ਤੇ ਹਰੇ ਪੌਦੇ, ਯੂਗਲੀਨਾ। ਪਰਪੋਸ਼ੀ ਪੋਸ਼ਣ ਉਹ ਜੀਵ ਜੋ ਕਾਰਬਨਿਕ ਪਦਾਰਥ ਅਤੇ ਊਰਜਾ ਨੂੰ ਆਪਣੇ ਭੋਜਨ ਪਦਾਰਥ ਦੇ ਰੂਪ ਵਿੱਚ ਹੋਰ ਜੀਵ ਜਾਂ ਮ੍ਰਿਤ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਨ। ਪਰਪੋਸ਼ੀ ਜੀਵ ਕਹਾਉਂਦੇ ਹਨ। ਉਦਾਹਰਨ ਯੂਗਲੀਨਾ ਛੱਡ ਕੇ ਬਾਕੀ ਸਾਰੇ ਜੰਤੂ, ਆਮਰਬੇਲ, ਜੀਵਾਣੂ, ਫੰਗਸ ਆਦਿ। ਆਕਸੀ ਸਵਾਸ ਕਿਰਿਆ ਅਤੇ ਅਨਾਕਸੀ ਸਵਾਸ ਕਿਰਿਆ 'ਚ ਅੰਤਰ। ਆਕਸੀ ਸਵਾਸ ਕਿਰਿਆ ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ। ਦੂਸਰੀ ਇਹ ਕਿਰਿਆ ਆਕਸੀਜਨ ਦੀ ਗੈਰ ਮੌਜੂਦਗੀ 'ਚ ਹੁੰਦੀ ਹੈ। ਇਹ ਕਿਰਿਆ ਸੈੱਲਾਂ ਦੇ ਜੀਵ ਦਰਵ ਅਤੇ ਮਾਈਟੋਕਾਂਡਰੀਆ ਦੋਵਾਂ 'ਚ ਹੀ ਪੂਰਨ ਹੁੰਦੀ ਹੈ। ਇਹ ਕਿਰਿਆ ਸਿਰਫ ਜੀਵ ਦਰਵ ਵਿੱਚ ਹੀ ਪੂਰੀ ਹੁੰਦੀ ਹੈ। ਇਸ ਕਿਰਿਆ ਵਿੱਚ ਗਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ। ਇਸ ਕਿਰਿਆ ਵਿੱਚ ਗਲੂਕੋਜ਼ ਦਾ ਅਪੂਰਨ ਆਕਸੀਕਰਨ ਹੁੰਦਾ ਹੈ। ਇਸ ਕਿਰਿਆ ਵਿੱਚ CO2 ਅਤੇ H2O ਬਣਦਾ ਹੈ। ਇਸ ਕਿਰਿਆ ਵਿੱਚ ਐਲਕੋਹਲ ਅਤੇ CO2 ਬਣਦੀ ਹੈ। ਤੇ ਆਕਸੀ ਸਵਾਸ ਕਿਰਿਆ ਤੇ ਅਨਾਕਸੀ ਸਵਾਸ ਕਿਰਿਆ ਵੀ ਤੁਸੀਂ ਦੇਖ ਸਕਦੇ ਹੋ, ਉਸਦਾ ਵੀ ਉੱਤਰ ਦਿੱਤਾ ਗਿਆ ਹੈ। ਤਾਂ ਅੱਗੇ ਪ੍ਰਸ਼ਨ ਹੈ, ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਦੇ ਅਧਾਤਾਂ ਵਿੱਚ ਅੰਤਰ ਦੱਸੋ। ਧਾਤ ਅਧਾਤ। ਧਾਤਾਂ ਖਾਰੇ ਆਕਸਾਈਡ ਬਣਾਉਂਦੀਆਂ ਹਨ। ਅਧਾਤਾਂ ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ। ਧਾਤਾਂ ਹਲਕੇ ਤੇਜ਼ਾਬੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ। ਅਧਾਤਾਂ ਤੇਜ਼ਾਬ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੀਆਂ ਹਨ। ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਸੰਯੋਜੀ ਕਲੋਰਾਈਡ ਬਣਾਉਂਦੀਆਂ ਹਨ। ਇਹ ਬਿਜਲੀ ਸੰਯੋਜੀ ਕਲੋਰਾਈਡ ਬਿਜਲੀ ਅਪਘਟਕ ਅਤੇ ਵਾਸ਼ਪਸ਼ੀਲ ਹੁੰਦੇ ਹਨ। ਅਤੇ ਅਧਾਤਾਂ ਕਲੋਰੀਨ ਦੇ ਨਾਲ ਸਹਿ ਸੰਯੋਜੀ ਯੌਗਿਕ ਬਣਾਉਂਦੀਆਂ ਹਨ, ਜਿਹੜੇ ਬਿਜਲੀ ਅਪਘਟਕ ਨਹੀਂ ਹੁੰਦੇ ਪਰੰਤੂ ਵਾਸ਼ਪਸ਼ੀਲ ਹੁੰਦੇ ਹਨ। ਧਾਤਾਂ ਲਘੂਕਾਰਕ ਹੁੰਦੀਆਂ ਹਨ। ਅਧਾਤਾਂ ਆਕਸੀਕਾਰਕ ਹੁੰਦੀਆਂ ਹਨ। ਕੁਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ, ਜਿਵੇਂ ਬਿਜਲੀ ਸੰਯੋਜਕ ਹੁੰਦੇ ਹਨ। ਅਧਾਤਾਂ ਹਾਈਡਰੋਜਨ ਕਈ ਪ੍ਰਕਾਰ ਦੇ ਸਥਾਈ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ ਸੰਯੋਜਕ ਹੁੰਦੇ ਹਨ। ਆਇਨੀ ਯੌਗਿਕ ਕੀ ਹੁੰਦੇ ਹਨ? ਕੇਵਲ ਜਲੀ ਘੋਲ ਜਾਂ ਫਿਰ ਪਿਘਲੇ ਹੋਏ ਆਇਨੀ ਯੌਗਿਕਾਂ ਵਿੱਚ ਬਿਜਲੀ ਦਾ ਚਾਲਨ ਕਿਉਂ ਹੁੰਦਾ ਹੈ? ਆਇਨੀ ਯੌਗਿਕ ਅਜਿਹੇ ਯੌਗਿਕ ਹਨ ਜਿਹੜੇ ਵਿਪਰੀਤ ਰੂਪ ਵਿੱਚ ਚਾਰਜਡ ਆਇਨਾਂ ਪਰਸਪਰ ਇੱਕ ਦੂਜੇ ਨਾਲ ਸਥੈਤਿਕ ਆਕਰਸ਼ਣ ਬਲ ਕਾਰਨ ਰਸਾਇਣਿਕ ਆਬੰਧ ਦੁਆਰਾ ਬਣੇ ਹੁੰਦੇ ਹਨ। ਉਦਾਹਰਨ ਵਜੋਂ ਸੋਡੀਅਮ ਕਲੋਰਾਈਡ ਆਇਨੀ ਯੌਗਿਕਾਂ ਵਿੱਚ ਲੂਣ ਆਕਸਾਈਡ, ਹਾਈਡਰੋ ਆਕਸਾਈਡ, ਸਲਫਰ ਅਤੇ ਵਧੇਰੀ ਮਾਤਰਾ ਵਿੱਚ ਆਕਸੀ ਅਕਾਰਬਨਿਕ ਯੌਗਿਕ ਹੁੰਦੇ ਹਨ। ਜਲੀ ਘੋਲ ਜਾਂ ਪਿਘਲੇ ਹੋਏ ਆਇਨੀ ਯੌਗਿਕਾਂ ਵਿੱਚ ਬਿਜਲੀ ਦਾ ਚਾਲਕ ਕਿਉਂ ਹੁੰਦਾ ਹੈ? ਆਇਨਿਕ ਯੌਗਿਕ ਆਪਣੇ ਵਿੱਚੋਂ ਬਿਜਲੀ ਦਾ ਚਾਲਨ ਕਰਦੇ ਹਨ। ਜਦੋਂ ਇਹਨਾਂ ਦਾ ਜਲੀ ਘੋਲ ਹੋਵੇ ਤਾਂ ਫਿਰ ਇਹ ਪਿਘਲੀ ਹੋਈ ਅਵਸਥਾ ਵਿੱਚ ਹੋਣ ਕਰਕੇ, ਕਿਉਂਕਿ ਇਹਨਾਂ ਦੇ ਆਇਨ ਸੁਤੰਤਰ ਰੂਪ ਵਿੱਚ ਗਤੀ ਕਰ ਸਕਦੇ ਹਨ। ਦੂਜੇ ਪਾਸੇ ਠੋਸ ਆਇਨੀ ਯੌਗਿਕਾਂ ਵਿੱਚੋਂ ਬਿਜਲੀ ਦਾ ਸੰਚਾਲਨ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਦੇ ਆਇਨ ਇੱਕ ਥਾਂ 'ਤੇ ਸਥਿਰ ਹੁੰਦੇ ਹਨ ਅਤੇ ਸੁਤੰਤਰ ਨਾ ਹੋਣ ਕਾਰਨ ਗਤੀ ਕਰਨ 'ਚ ਅਸਮਰਥ ਹੁੰਦੇ ਹਨ। ਅਗਲਾ ਪ੍ਰਸ਼ਨ ਹੈ, ਵਿਭਿੰਨਤਾ ਦੀ ਕੀ ਮਹੱਤਤਾ ਹੈ? ਕਾਇਕ ਪ੍ਰਜਨਨ ਕੀ ਹੁੰਦਾ ਹੈ? ਵਿਭਿੰਨਤਾ ਦੀ ਮਹੱਤਤਾ ਇਹ ਜੀਵਾਂ ਨੂੰ ਪਰਿਵਰਤਨਸ਼ੀਲ ਵਾਤਾਵਰਨ ਵਿੱਚ ਅਨੁਕੂਲਿਤ ਹੋਣ ਲਈ ਸਹਾਇਤਾ ਕਰਦੇ ਹਨ। ਇਹ ਕੱਚਾ ਪਦਾਰਥ ਬਣਾਉਂਦੇ ਹਨ ਤਾਂ ਜੋ ਨਵੀਂ ਪ੍ਰਜਾਤੀ ਦੇ ਜੀਵਾਂ ਦੀ ਉਤਪੱਤੀ ਅਤੇ ਵਿਕਾਸ ਹੋ ਸਕੇ। ਕਾਇਕ ਪ੍ਰਜਨਨ ਕਿਸੇ ਪੌਦੇ ਦੇ ਕਿਸੇ ਬਨਸਪਤੀ ਅੰਗ ਤੋਂ ਦੋ ਜਾਂ ਵੱਧ ਨਵੇਂ ਪੌਦਿਆਂ ਦੇ ਬਣਨ ਦੀ ਪ੍ਰਕਿਰਿਆ ਨੂੰ ਕਾਇਕ ਪ੍ਰਜਨਨ ਕਹਿੰਦੇ ਹਨ। ਇਸ ਕਿਸਮ ਦੇ ਪ੍ਰਜਨਨ ਕਿਰਿਆ ਵਿੱਚ ਪੌਦਿਆਂ ਦੀ ਜੜ੍ਹਾਂ, ਪੱਤੀਆਂ ਜਾਂ ਤਣਿਆਂ ਤੋਂ ਨਵੇਂ ਪੌਦੇ ਉਗਾਏ ਜਾਂਦੇ ਹਨ। ਇਸ ਲਈ ਇਸ ਦੀਆਂ ਹੇਠਲੀਆਂ ਦੋ ਕਿਸਮਾਂ ਹਨ: ਪ੍ਰਾਕਿਰਤਿਕ ਕਾਇਕ ਪ੍ਰਜਨਨ, ਬਨਾਵਟੀ ਕਾਇਕ ਪ੍ਰਜਨਨ। ਤਾਂ ਲਾਸਟ ਪ੍ਰਸ਼ਨ ਹੈ, ਪ੍ਰਾਗਣ ਕਿਰਿਆ ਨਿਸ਼ੇਚਨ ਕਿਰਿਆ ਤੋਂ ਕਿਵੇਂ ਭਿੰਨ ਹੈ? ਪਿਊਬਰਟੀ ਦੇ ਸਮੇਂ ਲੜਕੀਆਂ ਵਿੱਚ ਕੀ ਪਰਿਵਰਤਨ ਦਿਖਾਈ ਦਿੰਦੇ ਹਨ? ਤਾਂ ਇਸ ਦਾ ਉੱਤਰ ਆਪਾਂ ਨਿਚਲੇ ਪ੍ਰਸ਼ਨ ਦਾ ਉੱਤਰ ਆਪਾਂ ਦੇਖ ਚੁੱਕੇ ਹਾਂ ਪਹਿਲਾਂ, ਤਾਂ ਆਪਾਂ ਉੱਪਰਲੇ ਦਾ ਦੱਸ ਦਿੰਦੇ ਹਾਂ ਤੁਹਾਨੂੰ। ਪ੍ਰਾਗਣ ਕਿਰਿਆ ਤੇ ਨਿਸ਼ੇਚਨ ਕਿਰਿਆ ਤੋਂ ਕਿਵੇਂ ਭਿੰਨ ਹੈ? ਪ੍ਰਾਗਣ ਕਿਰਿਆ ਨਿਸ਼ੇਚਨ ਕਿਰਿਆ ਉਹ ਕਿਰਿਆ ਜਿਸ ਵਿੱਚ ਪ੍ਰਾਗਣ ਇਸਤਰੀ ਕੇਸਰ ਅਤੇ ਸਟਿਗਮਾ ਵਿੱਚ ਪੁੱਜਦੇ ਹਨ, ਪ੍ਰਾਗਣ ਕਹਾਉਂਦੀ ਹੈ। ਉਹ ਕਿਰਿਆ ਜਿਸ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ। ਇਹ ਜਨਨ ਕਿਰਿਆ ਦਾ ਪਹਿਲਾ ਚਰਨ ਹੈ। ਇਹ ਜਨਨ ਕਿਰਿਆ ਦਾ ਦੂਸਰਾ ਚਰਨ ਹੈ। ਪ੍ਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਸਵੈ ਪਰਾਗਣ ਅਤੇ ਪਰ ਪਰਾਗਣ।
ਨਿਸ਼ਚੇਨ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ। ਪ੍ਰਾਗਣਾ ਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ। ਇਸ ਕਿਰਿਆ ਵਿੱਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ। ਅਨੇਕ ਪ੍ਰਾਗ ਕਣਾਂ ਦਾ ਨੁਕਸਾਨ ਹੁੰਦਾ ਹੈ, ਇਸ ਵਿੱਚ ਪ੍ਰਾਗ ਕਣਾਂ ਦਾ ਨੁਕਸਾਨ ਨਹੀਂ ਹੁੰਦਾ। ਇਸ ਕਿਰਿਆ ਵਿੱਚ ਖਾਸ ਰਚਨਾ ਦੀ ਲੋੜ ਹੁੰਦੀ ਹੈ, ਇਸ ਕਿਰਿਆ ਵਿੱਚ ਖਾਸ ਰਚਨਾ ਦੀ ਲੋੜ ਨਹੀਂ ਹੁੰਦੀ। ਤਾਂ ਫਰੈਂਡਸ, ਇਹ ਸੀ ਆਪਣੀ ਵੀਡੀਓ ਜਿਸ ਵਿੱਚ ਆਪਾਂ ਨੇ 10ਵੀਂ ਕਲਾਸ ਦਾ ਸਾਇੰਸ ਦਾ ਮੋਡਲ ਟੈਸਟ ਪੇਪਰ ਦੇਖ ਲਿਆ ਹੈ, ਉਸ ਨੂੰ ਚੰਗੀ ਤਰ੍ਹਾਂ ਤੁਹਾਨੂੰ ਹੱਲ ਕਰਕੇ ਵੀ ਦਿਖਾ ਦਿੱਤਾ ਹੈ। ਤਾਂ ਫਰੈਂਡਸ, ਇਹ ਸੀ ਆਪਣੀ ਵੀਡੀਓ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।